ਤੇ ਮਨੁੱਖ ਦੇ ਜੀਵਨ ਦੀ ਜਿਹੜੀ ਮੂਲ ਕਮਜ਼ੋਰੀ ਹੈ ਉਹ ਹੈ ਹੰਕਾਰ, ਉਹ ਹੈ ਮੋਹ, ਉਹ ਹੈ ਕ੍ਰੋਧ, ਉਹ ਹੈ ਲੋਭ। ਹੁਣ ਦੇਖਣਾ, ਜੇ ਇੱਕ ਬੁਨਿਆਦੀ ਕਮਜ਼ੋਰੀ ਕਰਕੇ ਮਛਲੀ ਲੋਹੇ ਦੇ ਕੁੰਡੇ ਵਿੱਚ ਫਸ ਜਾਂਦੀ ਹੈ, ਇੱਕ ਕਮਜ਼ੋਰੀ ਹੈ। ਤੇ ਹਾਥੀ ਦੀ ਇੱਕ ਕਮਜ਼ੋਰੀ ਹੈ, ਇੱਕ ਕਮਜ਼ੋਰੀ ਕਰਕੇ, ਕਾਮ ਵਾਸਨਾ ਕਮਜ਼ੋਰੀ ਕਰਕੇ ਹਾਥੀ ਮਨੁੱਖ ਦੇ ਸਿਕੰਜੇ ਵਿੱਚ ਫਸ ਜਾਂਦਾ ਹੈ। ਤੇ ਪਤੰਗੇ ਦੀ ਇੱਕ ਮੂਲ ਕਮਜ਼ੋਰੀ ਹੈ ਦ੍ਰਿਸ਼ਟੀ ਦੀ, ਤੇ ਉਸ ਕਰਕੇ ਉਹਦੀ ਮੌਤ ਹੋ ਜਾਂਦੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਇਹ ਅਗੰਮੀ ਬੋਲ ਨੇ, ਜਿਸ ਮਨੁੱਖ ਦੇ ਜੀਵਨ ਵਿੱਚ 5 ਮੂਲ ਕਮਜ਼ੋਰੀਆਂ ਹੋਣ, ਫਿਰ ਉਸ ਦਾ ਕੀ ਹੋਵੇਗਾ? ਉਸ ਦਾ ਕੀ ਹੋਵੇਗਾ? ਜਿਹਦੇ ਕੋਲ 5 ਵਿਕਾਰ ਭਰੇ ਹੋਣ, ਫਿਰ ਉਸ ਦਾ ਕੀ ਹੋਵੇਗਾ? ਸਾਹਿਬ ਜੀ ਕਹਿੰਦੇ ਨੇ, ਹਾਉ ਮੈਂ ਰੋਗ ਮਾਨੁਖ ਕਉ ਦੀਨਾ, ਕਾਮ ਰੋਗ ਕੁੰਚਰ ਬਸ ਕੀ। ਜਿਹੜਾ ਹਉਮੈ ਦਾ ਰੋਗ ਹੈ ਉਹ ਮਨੁੱਖ ਦੇ ਕੋਲ ਹੈ, ਕਾਮ ਦਾ ਰੋਗ ਹੈ ਹਾਥੀ ਦੇ ਕੋਲ ਹੈ, ਰਸਨਾ ਦਾ ਰੋਗ ਹੈ ਮਛਲੀ ਦੇ ਕੋਲ ਹੈ, ਨਾਦ ਦਾ ਰੋਗ ਹੈ ਹਿਰਨ ਦੇ ਕੋਲ ਹੈ, ਪਤੰਗੇ ਦਾ ਰੋਗ ਹੈ, ਦ੍ਰਿਸ਼ਟੀ ਦਾ ਰੋਗ ਹੈ। ਔਰ ਇਸੇ ਰੋਗ ਕਰਕੇ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਤੇ ਇਸ ਰੋਗ ਤੋਂ ਬਚਣਾ ਕਿਸ ਤਰ੍ਹਾਂ ਹੈ? ਕਿਸ ਤਰ੍ਹਾਂ? ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦਿਆਂ ਕਰਦਿਆਂ ਜਦੋਂ ਪਿਆਸ ਦਰਿਆ ਦੇ ਕੰਢੇ ਬੈਠਦੇ ਨੇ, ਉਪਦੇਸ਼ ਕਰਦੇ ਨੇ, ਤੇ ਆਪ ਜੀ ਦੀ ਇਲਾਹੀ ਰਸਨਾ ਚੋਂ ਕੁਝ ਬੋਲ ਨਿਕਲਦੇ ਨੇ। ਬੋਲ। ਤੇ ਆਪ ਜੀ ਕੀ ਫਰਮਾਉਂਦੇ ਨੇ? ਕਹਿੰਦੇ ਨੇ, ਇਹ ਧਰਤੀ ਐਸੀ ਧਰਤੀ ਹੈ ਕਿ ਇਸ ਧਰਤੀ ਤੇ ਬਹੁਤ ਵੱਡੇ ਪੁਰਸ਼ ਨੇ ਆਉਣਾ ਹੈ, ਬਹੁਤ ਵੱਡੇ ਪੁਰਖ ਨੇ ਆਉਣਾ ਹੈ। ਮੈਂ ਅਰਥ ਕਰਾਂ, ਉਹ ਧਰਤੀ ਇਸ਼ਾਰਾ ਕੀਤਾ ਸੀ ਗੋਬਿੰਦਵਾਲ ਦੀ ਧਰਤੀ ਵੱਲ, ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਧਰਤੀ ਨੂੰ ਵਸਾਉਂਦੇ ਨੇ। ਤੇ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ, ਪਾਵਨ ਅਸਥਾਨ ਹਰਿਮੰਦਰ ਸਾਹਿਬ, ਜਗਤ ਗੁਰੂ ਬਾਬਾ ਦੀ ਰਸਨਾ ਚੋਂ ਬੋਲ ਨਿਕਲੇ ਕਿ ਇਹ ਧਰਤੀ ਇੱਕ ਐਸੀ ਧਰਤੀ ਹੋਵੇਗੀ ਜਿੱਥੇ ਮੁਕਤ ਤੇ ਭੁਗਤ ਦੇ ਪ੍ਰਭਾਵ ਚੱਲਣਗੇ, ਭੰਡਾਰੇ ਚੱਲਣਗੇ। ਮੁਕਤ ਤੇ ਭੁਗਤ ਦੇ, ਮੈਂ ਫਿਰ ਅਰਥ ਕਰਨਾ, ਸਮਝਣਾ। ਮੁਕਤ ਤੇ ਭੁਗਤ ਦੇ ਪ੍ਰਭਾਵ ਕਿਸ ਤਰ੍ਹਾਂ ਚੱਲਣਗੇ ਕਿ ਇਹ ਅਸਥਾਨ ਇੱਕ ਐਸਾ ਅਸਥਾਨ ਹੋਵੇਗਾ ਜਿੱਥੇ ਮਨੁੱਖ ਬੰਦਗੀ ਕਰਦਿਆਂ ਕਰਦਿਆਂ ਜੀਵਨ ਮੁਕਤ ਹੋ ਜਾਵੇ। ਇਹ ਅਸਥਾਨ ਐਸਾ ਹੋਵੇਗਾ ਜਿੱਥੇ ਮਨੁੱਖ ਨੂੰ ਦੁਨੀਆ ਦੇ ਸਾਰੇ ਪਦਾਰਥ ਮਿਲਣਗੇ। ਭੁਗਤ ਤੋਂ ਮੁਰਾਦ ਹੈ ਦੁਨੀਆ ਦੇ ਪਦਾਰਥ, ਤੇ ਮੁਕਤ ਤੋਂ ਮੁਰਾਦ ਹੈ ਕਿ ਬੰਦਗੀ ਕਰਦਿਆਂ ਕਰਦਿਆਂ ਮਨੁੱਖ ਜੰਜਾਲਾਂ ਤੋਂ, ਵਿਕਾਰਾਂ ਤੋਂ ਮੁਕਤ ਹੋ ਜਾਵੇ, ਮੁਕਤ ਹੋ ਜਾਵੇ। ਤਾਂ ਇਸ ਪਾਵਨ ਸ਼ਬਦ ਦੇ ਵਿੱਚ ਪਹਿਲਾਂ ਮਨੁੱਖ ਦੇ ਜਿਹੜੇ ਬੰਧਨ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਫਿਰ ਜੁਗਤੀ ਦੱਸੀ ਹੈ ਕਿ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ। ਗੁਰੂ ਸਾਹਿਬ ਜੀ ਦੇ ਅਗੰਮੀ ਬੋਲ ਇਸ ਪਾਵਨ ਸ਼ਬਦ ਦੇ ਵਿੱਚ ਆਪ ਜੀ ਸ਼ਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਗਰਭ ਗਹਿਲੜੋ ਮੁਰੜੋ ਹੀ ਪੋਰੇ, ਹਿਓ ਮਹਿਰਾਜ ਰੀ ਮਾਇਓ। ਤੇ ਪਾਤਸ਼ਾਹ ਦੇ ਇਹ ਪਾਵਨ ਬੋਲ ਰਾਗ ਟੋਡੀ ਮਹਿਲਾ ਪੰਜਵਾਂ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਕਾਇਆ, ਪੰਜਵੀਂ ਜੋਤ। ਤੇ ਜੇਕਰ ਇਸ ਸ਼ਬਦ ਦੀ ਬੋਲੀ ਨੂੰ ਜੇਕਰ ਅਸੀਂ ਵੇਖੀਏ ਤਾਂ ਬੋਲੀ ਇਸ ਤਰ੍ਹਾਂ ਦੀ ਲੱਗਦੀ ਹੈ ਕਿ ਸ਼ਬਦ ਤਾਂ ਬਹੁਤ ਔਖੇ ਲੱਗਦੇ ਨੇ, ਬਹੁਤ ਔਖੇ। ਤੇ ਇਹਨਾਂ ਦੇ ਵਿੱਚ ਕੁਝ ਅਲਫਾਜ਼ ਰਾਜਸਥਾਨੀ ਦੇ ਨੇ, ਰਾਜਸਥਾਨੀ ਬੋਲੀ ਦੇ ਨੇ ਕੁਝ ਅਲਫਾਜ਼। ਤੇ ਪ੍ਰਥਮ ਪੰਕਤੀ ਦੇ ਵਿੱਚ ਆਪ ਜੀ ਬਚਨ ਕਰਦੇ ਨੇ, ਗਰਭ ਗਹਿਲੜੋ ਮੂੜੜੋ
ਹੀ ਹੋਏ। ਗਰਭ ਕਹਿੰਦੇ ਨੇ ਹੰਕਾਰ। ਹੰਕਾਰ ਦੇ ਵਿੱਚ ਮਨੁੱਖ ਇਤਨਾ ਪਾਗਲ ਹੋ ਗਿਆ। ਗਹਿਲੜੋ ਕਹਿੰਦੇ ਨੇ ਪਾਗਲ। ਹੰਕਾਰ ਦੇ ਵਿੱਚ ਮਨੁੱਖ ਪਾਗਲ ਹੋ ਗਿਆ। ਮੋੜੜੋ ਕਹਿੰਦੇ ਨੇ ਮੂਰਖ ਨੂੰ। ਹੀਓ ਕਹਿੰਦੇ ਨੇ ਹਿਰਦੇ ਨੂੰ। ਹਿਰਦਾ ਕਿ ਜਿਸ ਹਿਰਦੇ ਵਿੱਚ ਪ੍ਰਭੂ ਨੂੰ ਬਿਠਾਉਣਾ ਸੀ, ਜਿਸ ਹਿਰਦੇ ਵਿੱਚ ਗੁਰੂ ਕੇ ਸ਼ਬਦ ਨੂੰ ਬਿਠਾਉਣਾ ਸੀ, ਜਿਸ ਹਿਰਦੇ ਵਿੱਚ ਨਿਰੰਕਾਰ ਦੇ ਉਪਦੇਸ਼ ਨੂੰ ਵਸਾਉਣਾ ਸੀ, ਉੱਥੇ ਤਾਂ ਹੰਕਾਰ ਭਰਿਆ ਪਿਆ ਹੈ। ਹੰਕਾਰ ਹੰਕਾਰ ਦੇ ਵਿੱਚ ਮਨੁੱਖ ਇਤਨਾ ਅਗਿਆਨੀ ਹੋ ਗਿਆ, ਮੂਰਖ ਹੋ ਗਿਆ, ਬੇਸਮਝ ਹੋ ਗਿਆ ਤੇ ਹੰਕਾਰ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਪਈ ਕਰਦਾ ਹੈ। ਹੰਕਾਰ ਦੇ ਵਿੱਚ ਇੱਕ ਆਲਮ ਲਿਖਦਾ ਹੈ, ਕਹਿੰਦਾ ਹੈ ਨਾ ਥਾ ਕੁਛ ਤੋ ਖੁਦਾ ਥਾ। ਜਦੋਂ ਕੁਝ ਵੀ ਨਹੀਂ ਸੀ ਤੇ ਪਰਮਾਤਮਾ ਤਾਂ ਸੀ। ਜਦੋਂ ਪਰਮਾਤਮਾ ਦੀ ਕੁਦਰਤ ਨਹੀਂ ਸੀ, ਨਾ ਖਾਣੀ ਨਾ ਬਾਣੀ, ਕੁਝ ਵੀ ਨਹੀਂ ਸੀ, ਤਾਂ ਪਰਮਾਤਮਾ ਤਾਂ ਮੌਜੂਦ ਸੀ, ਪ੍ਰਭੂ ਤਾਂ ਮੌਜੂਦ ਸੀ। ਤੇ ਉਸ ਆਲਮ ਦਾ ਕਹਿਣਾ ਹੈ ਕਿ ਜਦੋਂ ਕੁਝ ਵੀ ਨਹੀਂ ਸੀ, ਕੁਛ ਨਾ ਥਾ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ। ਜੇ ਕੁਝ ਵੀ ਨਾ ਹੁੰਦਾ ਤਾਂ ਖੁਦਾ ਤਾਂ ਹੋਣਾ ਹੀ ਸੀ, ਕਿਉਂਕਿ ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ। ਤੇ ਫਿਰ ਉਹ ਆਲਮ ਅਗਾਂਹ ਚੱਲ ਕੇ ਕੀ ਲਿਖਦਾ ਹੈ ਕਿ ਡੁਬੋਇਆ ਮੁਝਕੋ ਕੁਛ ਹੋਣੇ ਨੇ, ਨਾ ਮੈਂ ਹੋਤਾ ਤੋ ਕਿਆ ਹੋਤਾ। ਜੇ ਜ਼ਿੰਦਗੀ ਦੀ ਬਾਜੀ ਮੈਂ ਹਾਰ ਗਿਆ ਤਾਂ ਇਸੇ ਕਰਕੇ ਕਿ ਮੈਂ ਸਾਰੀ ਜ਼ਿੰਦਗੀ ਹੰਕਾਰ ਦੀ ਬੋਲੀ ਬੋਲਦਾ ਰਿਹਾ, ਮੈਂ ਦੀ ਬੋਲੀ ਬੋਲਦਾ ਰਿਹਾ, ਮੈਂ ਦੀ ਬੋਲੀ, ਮੈਂ ਹੀ ਹਾਂ, ਮੈਂ ਹੀ ਹਾਂ, ਮੈਂ ਹੀ। ਤੋ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਇਹ ਪਾਵਨ ਬੋਲ ਨੇ, ਹੀਓ ਮਹਾਰਾਜ ਰੀਮਾਇਓ। ਜਿਹੜਾ ਹਿਰਦਾ ਸੀ ਉਹ ਪਰਮਾਤਮਾ ਦੀ ਬਣਾਈ ਹੋਈ ਮਾਇਆ ਦੇ ਵਿੱਚ ਫਸ ਗਿਆ, ਫਸ ਗਿਆ। ਮੈਂ ਇੱਥੇ ਅਰਜ਼ ਕਰਾਂ, ਮਾਇਆ ਕਿਸ ਨੂੰ ਕਹਿੰਦੇ ਨੇ ਤੇ ਪਰਮਾਤਮਾ ਕਿਸ ਨੂੰ ਕਹਿੰਦੇ ਨੇ? ਜੋ ਮੌਜੂਦ ਹੈ, ਜੋ ਕੱਲ ਵੀ ਸੀ, ਜੋ ਕੱਲ ਵੀ ਹੋਵੇਗਾ, ਉਹ ਪਰਮਾਤਮਾ ਹੈ। ਜੋ ਕੱਲ ਨਹੀਂ ਸੀ, ਅੱਜ ਹੈ, ਕੱਲ ਫਿਰ ਨਹੀਂ ਹੋਵੇਗੀ, ਉਹ ਮਾਇਆ ਹੈ। ਉਹ ਮਾਇਆ ਜੋ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਹੋਵੇਗਾ, ਉਹ ਪਰਮਾਤਮਾ ਹੈ। ਤੇ ਜਿਹੜਾ ਕੱਲ ਨਹੀਂ ਸੀ ਤੇ ਅੱਜ ਮੌਜੂਦ ਹੈ, ਕੱਲ ਫਿਰ ਨਹੀਂ ਹੋਵੇਗਾ, ਉਸ ਨੂੰ ਮਾਇਆ ਕਹਿੰਦੇ ਨੇ। ਮਾਇਆ ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ ਸਰਲ ਸ਼ਬਦਾਂ ਦੇ ਵਿੱਚ, ਦੌਲਤ ਕੱਲ ਨਹੀਂ ਸੀ, ਅੱਜ ਮੌਜੂਦ ਹੈ, ਕੱਲ ਦਾ ਫਿਰ ਪਤਾ ਨਹੀਂ ਹੈ। ਬੱਚਾ ਕੱਲ ਨਹੀਂ ਸੀ, ਅੱਜ ਹੈ, ਗੁਸਤਾਖੀ ਮਾਫ, ਕੱਲ ਦਾ ਪਤਾ ਨਹੀਂ ਹੈ, ਪਤਾ ਨਹੀਂ ਹੈ। ਦੁਨੀਆ ਦੀ ਸ਼ੋਹਰਤ ਕੱਲ ਨਹੀਂ ਸੀ, ਅੱਜ ਮੌਜੂਦ ਹੈ, ਕੱਲ ਦਾ ਫਿਰ ਭਰੋਸਾ ਨਹੀਂ ਹੈ। ਇਹ ਮਾਇਆ ਹੈ, ਇਹ ਮਾਇਆ। ਪਰ ਮਨੁੱਖ ਕੀ ਕਰਦਾ ਹੈ? ਇਸ ਮਾਇਆ ਦੇ ਵਿੱਚ ਇਤਨਾ ਖਚਤ ਹੋ ਗਿਆ ਕਿ ਕਰਤੇ ਨੂੰ ਭੁੱਲ ਗਿਆ, ਪ੍ਰਭੂ ਨੂੰ ਭੁੱਲ ਗਿਆ। ਇਸ ਮਾਇਆ ਦੀ ਪਕੜ ਦੇ ਵਿੱਚ ਕਰਤੇ ਨੂੰ ਭੁੱਲ ਗਿਆ। ਪਰ ਅਖੀਰ ਵਿੱਚ ਕੀ ਹੁੰਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਬੋਲ ਨੇ ਕਿ ਇੱਕ ਘੜੀ ਐਸੀ ਆਉਂਦੀ ਹੈ ਕਿ ਜਦੋਂ ਮਨੁੱਖ ਤੋਂ ਸਭ ਕੁਝ ਖੋਹ ਲਿਆ ਜਾਂਦਾ ਹੈ, ਵਿਛੜ ਜਾਂਦਾ ਹੈ। ਦੇਖਦਿਆਂ ਦੇਖਦਿਆਂ ਕੁਟੁੰਬ ਵਿਛੜ ਗਿਆ, ਦੇਖਦਿਆਂ ਦੇਖਦਿਆਂ ਮਿੱਤਰ ਵਿਛੜ ਗਏ, ਦੇਖਦਿਆਂ ਦੇਖਦਿਆਂ ਦੌਲਤ ਹੱਥ ਚੋਂ ਨਿਕਲ ਗਈ। ਔਰ ਜੇਕਰ ਦੇਖਦਿਆਂ ਦੇਖਦਿਆਂ ਕੁਝ ਨਹੀਂ ਵੀ ਗਿਆ ਤਾਂ ਫਿਰ ਕਿਵੇਂ ਕਰਨਾ? ਜਦੋਂ ਮਨੁੱਖ ਚਾਹਾਂ ਤੋਂ ਰੁਖਸਤ ਕਰਦਾ ਹੈ ਤਾਂ ਫਿਰ ਤਾਂ ਸਭ ਕੁਝ ਛੱਡਣਾ ਹੀ ਪੈਂਦਾ ਹੈ, ਸਭ ਕੁਝ ਛੱਡਣਾ ਪੈਂਦਾ। ਫਿਰ ਹਰ ਇੱਕ ਦੇ ਨਾਲ ਵਿਛੋੜਾ ਹੋਇਆ। ਕਹਿੰਦੇ ਨੇ ਜੇ ਵਿਛੋੜਾ ਨਹੀਂ ਹੋਇਆ ਤਾਂ ਇੱਕ ਪਰਮਾਤਮਾ ਦੇ ਨਾਲ, ਬਾਕੀ ਸਭ ਕੁਝ ਵਿਛੜ ਗਿਆ, ਸਭ ਕੁਝ ਵਿਛੜ ਗਿਆ। ਹੁਣ ਐਸਾ ਪਰਿਪੂਰਨ ਪਰਮਾਤਮਾ ਜਿਹਦੇ ਨਾਲ ਤੂੰ ਪ੍ਰੀਤ ਨਹੀਂ ਜੋੜੀ, ਤੇਰਾ ਮਨ ਮੋਹ ਦੇ ਵਿੱਚ ਫਸ ਗਿਆ, ਮਾਇਆ ਦੇ ਵਿੱਚ ਫਸ ਗਿਆ। ਪਰ ਮਾਇਆ ਦੇ ਵਿੱਚ ਕਿਸ ਤਰ੍ਹਾਂ ਫਸ ਗਿਆ? ਅਗਾਂਹ ਦੀ ਪੰਕਤੀ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਈਹਰ ਨਿਆਈ ਮੁਹੇ ਫਾਕਿਓ ਰੇ। ਇਹ ਰਾਹੋ ਦੇ ਬੋਲ ਨੇ। ਤੇ ਰਾਹੋ ਦੇ ਬੋਲ ਵਿੱਚ
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪੂਰੇ ਸ਼ਬਦ ਦਾ ਇੱਕ ਸਾਰ ਇਸ ਰਾਹੋ ਦੀ ਪੰਕਤੀ ਵਿੱਚ ਦੇ ਰਹੇ ਨੇ। ਰਾਹੋ ਦੀ ਪੰਕਤੀ ਵਿੱਚ ਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਕਿਸ ਤਰ੍ਹਾਂ ਫਸ ਗਿਆ, ਕਿਸ ਤਰ੍ਹਾਂ। ਦੇਹਰ ਨਿਆਈ ਮੋਹ ਪਾਪੀ ਹੋਏ। ਦੇਹਰ ਕਹਿੰਦੇ ਨੇ ਮਛਲੀ ਨੂੰ, ਨਿਆਈ ਕਹਿੰਦੇ ਨੇ ਮਛਲੀ ਵਾਂਗੂ ਮੋਹ ਦੇ ਵਿੱਚ ਫਸ ਗਿਆ ਮਨੁੱਖ। ਜਿਵੇਂ ਮਛਲੀ ਫਸ ਗਈ, ਮਨੁੱਖ ਵੀ ਫਸ ਗਿਆ। ਹੁਣ ਇੱਕ ਗੱਲ ਚੇਤੇ ਰੱਖਣਾ, ਜਿਹੜੀ ਦੇਹਰ ਹੈ, ਦੇਹਰ ਮਛਲੀ ਨੂੰ ਕਹਿੰਦੇ ਨੇ। ਜੇ ਸਾਗਰ ਦੇ ਵਿੱਚੋਂ ਮਛਲੀ ਨੂੰ ਕੱਢਣਾ ਹੋਵੇ ਤਾਂ ਬਹੁਤ ਸਰਲ ਜੁਗਤੀ ਹੈ। ਇੱਕ ਲੋਹੇ ਦੀ ਕੁੰਡੀ ਦੇ ਵਿੱਚ ਮਾਸ ਦਾ ਟੁਕੜਾ ਪਾ ਕੇ ਤੇ ਫਿਰ ਉਸ ਨੂੰ ਸੁੱਟ ਦਿੰਦੇ ਨੇ, ਤੇ ਉਸ ਮਾਸ ਦੇ ਟੁਕੜੇ ਲਈ ਉਹ ਮਛਲੀ ਕੀ ਕਰਦੀ ਹੈ, ਉਸ ਲੋਹੇ ਦੀ ਕੁੰਡੀ ਨੂੰ ਵੀ ਨਿਕਲ ਜਾਂਦੀ ਹੈ, ਫਸ ਜਾਂਦੀ ਹੈ। ਤੇ ਉਸ ਦਾ ਰਿਜ਼ਲਟ ਕੀ ਨਿਕਲਦਾ ਹੈ, ਅਖੀਰ ਵਿੱਚ ਮਛਲੀ ਦੀ ਮੌਤ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਨਹੀਂ ਤਾਂ ਸਾਗਰ ਦੇ ਵਿੱਚੋਂ ਮਛਲੀ ਨੂੰ ਪਕੜਨਾ ਬੜਾ ਔਖਾ ਹੈ, ਬੜਾ ਔਖਾ। ਜੇ ਮਛਲੀ ਨੂੰ ਮਾਰਨਾ ਹੋਵੇ, ਕਹਿੰਦੇ ਨੇ ਸਾਗਰ ਵਿੱਚ ਮਾਰਨਾ ਬੜਾ ਔਖਾ ਹੈ, ਮਾਰ ਨਹੀਂ ਸਕਦੇ ਸਾਗਰ ਦੇ ਵਿੱਚੋਂ। ਪਰ ਉਸ ਨੂੰ ਮਾਰਨਾ ਹੋਵੇ ਤਾਂ ਸਾਗਰ ਦੇ ਵਿੱਚੋਂ ਬਾਹਰ ਕੱਢ ਦੇਵੋ, ਤੇ ਬਾਹਰ ਕੱਢਣ ਦੇ ਨਾਲ ਹੀ ਮਛਲੀ ਦੀ ਮੌਤ ਹੋ ਜਾਂਦੀ, ਮੌਤ ਹੋ ਗਈ। ਤੇ ਉਸੇ ਤਰ੍ਹਾਂ ਮਨੁੱਖ ਨੂੰ ਜੇ ਮਾਰਨਾ ਹੋਵੇ ਆਤਮਿਕ ਤੌਰ ਤੇ, ਕਹਿੰਦੇ ਨੇ ਰੱਬ ਤੋਂ ਵੱਖ ਹੋ ਜਾਵੇ, ਬੰਦਗੀ ਤੋਂ ਵੱਖ ਹੋ ਜਾਵੇ, ਸੰਗਤ ਤੋਂ ਵੱਖ ਹੋ ਜਾਵੇ, ਤਾਂ ਸਮਝ ਲੈਣਾ ਕਿ ਤਨ ਕਰਕੇ ਭਾਵੇਂ ਜਿਉਂਦਾ ਹੈ ਪਰ ਆਤਮਿਕ ਕਰਕੇ ਤਾਂ ਉਹਦੀ ਮੌਤ ਹੋ ਗਈ। ਤਨ ਕਰਕੇ ਜੀ ਰਿਹਾ ਹੈ ਪਰ ਆਤਮਿਕ ਮੌਤ ਮਰ ਗਿਆ ਹੈ, ਮਰ ਗਿਆ। ਮੈਂ ਅਰਥ ਕਰ ਰਿਹਾ ਸੀ, ਮਛਲੀ ਤਾਂ ਫਸ ਗਈ ਉਸ ਕੁੰਡੀ ਦੇ ਵਿੱਚ ਜਿੱਥੇ ਮਾਸ ਦਾ ਟੁਕੜਾ ਲੱਗਾ ਸੀ, ਤੇ ਮਨੁੱਖ ਵੀ ਫਸ ਗਿਆ ਮੋਹ ਦੇ ਵਿੱਚ। ਮਨੁੱਖ ਨੂੰ ਮੋਹ ਕਿਸ ਤਰ੍ਹਾਂ ਦਾ ਹੈ, ਇੱਕ ਗੱਲ ਮੈਨੂੰ ਚੇਤੇ ਆ ਗਈ, ਮੈਂ ਅਰਥ ਕਰਾਂ ਕਿ ਸਭ ਤੋਂ ਪਹਿਲਾਂ ਜਦੋਂ ਇਸ ਦਾ ਜਗਤ ਵਿੱਚ ਆਉਣਾ ਹੋਇਆ ਤੇ ਫਿਰ ਮੋਹ ਸੀ ਆਪਣੇ ਤਨ ਦਾ, ਆਪਣੇ ਸਰੀਰ ਦਾ। ਜਿਵੇਂ ਜਿਵੇਂ ਸਿਆਣਾ ਹੁੰਦਾ ਗਿਆ, ਬੱਚੇ ਨੂੰ ਖਬਰ ਮਿਲਦੀ ਗਈ ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਤੇ ਫਿਰ ਮਾਂ ਦੇ ਨਾਲ ਮੋਹ, ਫਿਰ ਪਿਤਾ ਦੇ ਨਾਲ ਮੋਹ। ਬੱਚਾ ਜਦੋਂ ਹੋਰ ਸਿਆਣਾ ਹੋਇਆ, ਕੁਟੁੰਬ ਪਰਿਵਾਰ ਹੋਇਆ, ਫਿਰ ਕੁਟੁੰਬ ਦੇ ਨਾਲ ਮੋਹ, ਫਿਰ ਪਰਿਵਾਰ ਦੇ ਨਾਲ ਮੋਹ। ਕਹਿੰਦੇ ਨੇ ਜਿੱਥੇ ਜਿੱਥੇ ਮੋਹ ਦੀ ਮੋਹਰ ਲੱਗਦੀ ਗਈ, ਉੱਥੇ ਉੱਥੇ ਹੰਕਾਰ ਵੀ ਵੱਧਦਾ ਗਿਆ, ਹੰਕਾਰ ਵੀ ਵੱਧਦਾ ਗਿਆ। ਜਿੱਥੇ ਜਿੱਥੇ ਮੇਰੇਪਨ ਦੀ ਮੋਹਰ ਲੱਗਦੀ ਗਈ, ਇਹ ਮੇਰਾ ਹੈ, ਉੱਥੇ ਮੋਹ ਵੀ ਵੱਧਦਾ ਗਿਆ ਤੇ ਹੰਕਾਰ ਵੀ ਵੱਧਦਾ ਗਿਆ। ਔਰ ਜਾਲ ਵਿੱਚ ਮਨੁੱਖ ਇਸ ਤਰ੍ਹਾਂ ਫਸ ਗਿਆ ਕਿ ਪੂਰੀ ਜ਼ਿੰਦਗੀ ਜਾਲ ਚੋਂ ਨਿਕਲ ਨਹੀਂ ਪਾਇਆ, ਨਿਕਲ ਨਹੀਂ। ਇਹਦਾ ਇੱਕ ਛੋਟਾ ਜਿਹਾ ਉਦਾਹਰਨ ਮੈਂ ਦੇਵਾਂ। ਇੱਕ 80 ਸਾਲ ਦੀ ਮਾਈ, ਬਜ਼ੁਰਗ ਮਾਈ ਹੈ, 80 ਸਾਲ ਦੀ। ਤਾਂ ਉਹ ਮਾਈ ਆ ਕੇ ਕਹਿੰਦੀ ਹੈ, ਗਿਆਨੀ ਜੀ ਮੇਰੇ ਲਈ ਅਰਦਾਸ ਕਰਨੀ। 80 ਸਾਲ ਦੀ ਹੈ। ਜਦੋਂ 80 ਸਾਲ ਦੀ ਬਜ਼ੁਰਗ ਮਾਈ ਨੂੰ ਇਹ ਕਹਿੰਦੇ ਸੁਣਿਆ ਕਿ ਮੇਰੀ ਅਰਦਾਸ ਕਰੋ, ਤਾਂ ਮਨ ਤਾਂ ਇਹੀ ਕਹੇਗਾ ਕਿ ਇਸਨੇ ਅਰਦਾਸ ਇਹੀ ਕਰਾਣੀ ਹੈ ਕਿ ਹੇ ਪ੍ਰਭੂ ਹੁਣ ਮੈਨੂੰ ਲੈ ਚੱਲ, ਮੈਂ ਕੀ ਕਰਨਾ ਜਗਤ ਵਿੱਚ। ਕਿਉਂਕਿ 80 ਸਾਲ ਦੀ ਉਮਰ ਭੋਗ ਲਈ, ਹੋਰ ਕਿੰਨਾ ਜੀਣਾ ਹੈ, ਕਿਤਨਾ ਜੀਣਾ। ਮਨ ਬੜਾ ਖੁਸ਼ ਹੋਇਆ ਕਿ ਅੱਜ ਪਹਿਲੀ ਦਫਾ ਐਸੀ ਮਾਈ ਵੇਖੀ ਹੈ ਜਿਹੜੀ ਕਹਿੰਦੀ ਹੈ ਗਿਆਨੀ ਜੀ ਅਰਦਾਸ ਕਰੋ ਮੇਰੇ ਲਈ। ਪਰ ਉਸ ਮਾਈ ਨੂੰ ਪੁੱਛ ਲਿਆ, ਮਾਈ ਇਹ ਤਾਂ ਦੱਸ ਅਰਦਾਸ ਕਰਨੀ ਕੀ ਹੈ, ਕਿਸ ਤਰ੍ਹਾਂ ਦੀ ਅਰਦਾਸ ਕਰਨੀ ਹੈ। ਤੇ ਉਹ ਬਜ਼ੁਰਗ ਮਾਈ ਕਹਿੰਦੀ ਹੈ ਕਿ ਉਹ ਸਾਹਮਣੇ ਵੇਖੋ ਛੋਟਾ ਜਿਹਾ ਬੱਚਾ ਖੇਡਦਾ ਪਿਆ ਹੈ, ਉਹ ਮੇਰਾ ਪੜਪੋਤਰਾ ਹੈ। ਅਰਜ ਨੂੰ ਗਹਿਰੇ ਤਲ ਤੇ ਸਮਝਣਾ, ਗੌਰ ਕਰਕੇ ਸਮਝਣਾ, ਤੇ ਨਾਲ ਇਹ ਵੀ ਦੇਖਣਾ ਕਿ ਕਿਤੇ ਇਹ ਗਾਥਾ ਸਾਡੇ ਤਾਂ ਨਹੀਂ ਹੈ, ਸਾਡੇ ਜੀਵਨ ਦੀ ਤਾਂ ਨਹੀਂ ਹੈ। ਬਜ਼ੁਰਗ ਮਾਈ ਕਹਿੰਦੀ ਹੈ ਉਹ ਸਾਹਮਣੇ ਬੱਚਾ ਖੇਡਦਾ ਪਿਆ ਹੈ, ਉਹ ਮੇਰਾ ਪੜਪੋਤਰਾ ਹੈ। ਬਸ ਇਤਨੀ ਅਰਦਾਸ ਕਰ ਕਿ ਉਹਦੇ ਵਿਆਹ ਤੱਕ ਮੈਂ ਜਿੰਦੀ ਰਵਾਂ, ਬਸ ਇਤਨੀ ਜੀ ਅਰਦਾਸ ਕਰ, ਮੈਂ ਆਪਣੇ ਪੜਪੋਤਰੀ ਦਾ ਵਿਆਹ ਵੇਖ ਲਵਾਂ। ਇਤਨੀ ਅਰਦਾਸ ਕਰ
मैं उदों तक जिंदी रवां, जिंदी रवां। हुण जे किधरे उसनूं पुछ लिया जाए तूं अपना विआह देखिया, नहीं रजी, फिर अपने बच्चे का विआह देखिया, नहीं रजी, फिर पोतरे का विआह देखिया, नहीं रजी, हुण पड़पोतरे का विआह वेख के की रजना है, की रजना। पर मनुख के जीवन विच ये मोह है, मोह है। मनुख कहता मैं होर कुछ भी देख लवां, मैं होर कुछ भी देख लवां, ते इसे मोह दे विच मनुख फस गया। ते साहिब जी कहते हैं किस तरह फस गया, जिवें मछली फस गई, उस तरह। पर एक गल चेते रखना, इस रूह जमीन ते कुछ ऐसे निर्मोही पुरुष भी आए हैं जिन्होंने कोई मोह नहीं सी। जेकर मैं एक उदाहरण दवां, धन गुरु गोबिंद सिंह महाराज का एक ऐसे निर्मोही पुरुष ने चमकौर की गढ़ी दे विच मैदाने जंग विच जदों बाबा अजीत सिंह नूं भेजदे ने ते अल्लाह यार खां जोगी अपनी रचना के विच लिखदा है कि साहिब जी कुछ कहते हैं बाबा अजीत सिंह जी नूं। की कहते हैं? धन बाबा अजीत सिंह नूं बुला के कहते हैं, हे बच्चे तेरे तो मैनू एक ख्वाहिश है। बाबा अजीत सिंह जी बड़े हैरान हो गए, कहने लगे हे प्रभु, धन गुरु गोबिंद सिंह महाराज गुरुदेव पिता सारे जगत नूं आप जी तो ख्वाहिश है, पर आप जी नूं मेरे तो ख्वाहिश, ये किस तरह की खेड है, किस तरह की खेड है? धन गुरु गोबिंद सिंह महाराज कहते हैं हाँ एक ख्वाहिश, एक ख्वाहिश। एक ख्वाहिश की दसते ने अल्लाह यार का जोगी लिखता है, बड़े सुंदर अल्फाज वो लिखता है कि मेरी ख्वाहिश है कि तुम्हें तेग चलाते हुए देखो। साहिब कमाल कहते हैं, मैं अर्थ कर दिया निर्मोही पुरुष किस तरह के आते हैं, कोई मोह नहीं। ख्वाहिश है मैं तुम्हें तेग चलाते हुए देखूं, अपनी आंखों से तुम्हें बरछी खाते हुए देखूं। कितने निर्मोही पुरुष हैं, कितने निर्मोही। तो धन गुरु अर्जन देव साहिब दे बोल ने मनुख इस तरह फस गया, ते फिर मोह दे विच फस के मनुख की चाहत की आउंदी है, मनुख की तमन्ना की आउंदी है, मनुख की प्यास की आउंदी है। फिर ਉਹਦੇ बारे अगां दी पंक्ति विच सतगुरु जी बख्शीशां करदे रहे। रहाओ कणो 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 सद लोड़ै, बिन लहणी कैथा पायो रे। मनुख की ये कथा है, जदों भी धार्मिक स्थान ते गया, जदों भी प्रभु के दर ते गया, कुछ मंगण ले गया, मंगण। पर मंगना भी किस तरह का, होर चाहिदा है, होर चाहिदा है, होर चाहिदा है। जदों सारी जिंदगी मंगदा रहा, होर चाहिदा है, होर चाहिदा है, ते परमात्मा देंदा भी रहा, देंदा भी रहा। ते जदों मनुख की चाहत पूरी हुई, मनुख की मंग पूरी हुई, ते फिर मनुख की करता है, फिर प्रभु के दर ते जाता है। पर धन्यवाद करने लिए नहीं जाता, फिर होर मंगण जाता है, होर मंगण। साहिब जी फरमाउंदे ने घणो 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 सद लोड़ै। घणो कहते ने बहुता बहुता बहुत, होर चाहिदा है, होर चाहिदा है, होर चाहिदा है। घणो 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 सद लोड़ै। साहिब जी कहते ने बिन लहणे कैठे पायो रे। तू मंगदा तो बहुत है, पर भाग तो बनाए नहीं, कर्म तो बनाए नहीं, बंदगी तो की नहीं, सिमरन कीता नहीं, तेरे भाग किस तरह बनाएंगे? मंगदा ही है। हुण मैं अर्ज करा, जदों मनुख मंगदा ही रहता है तो धन्यवाद किस तरह करेगा? जदों मनुख मंगदा ही रहता है तो शुकराना किस तरह करेगा? किस तरह शुकराना वो करता है जिहड़ा मनुख कहता है, हे प्रभु मैनू इतना कुछ बख्शिया, मैं काबिल ही नहीं सी, इतना कुछ बख्शिया, इतना कुछ बख्शिया।
परमात्मा ने सानू शरीर बख्शिया, साडे कोल की काबिलियत सी, ना बख्शदा ना देंदा, असीं की कर लैंदे। पर नहीं, परमात्मा ने सानू मनुख बनाया, इतना सुंदर शरीर बख्शिया और इतनी वड्डी सौगात बख्शी। मैं कई दफा अर्ज करना कि परमात्मा ने जिहड़ियां अखां बख्शियां ने, ऐसियां अखां बाजार तो नहीं खरीद सकते। पत्थर की अख मिल सकती है, पर ऐसी अख नहीं जो अख आप जी दे कोल है। प्लास्टिक के हथ मिल सकते हैं, पर ऐसे हथ नहीं जैसे हथ प्रभु ने आप जी ने बख्शे ने, आप जी ने बख्शे ने। पत्थर के दंद मिल सकते हैं, गुस्ताखी माफ, पर जैसे दंद प्रभु ने आप जी ने बख्शे ने, ऐसे दंद नहीं मिल सकते बाजार में, नहीं। परमात्मा की बहुत वड्डी रहमत, जैसा खून आप जी के शरीर में बन रहा है, कहते हैं ऐसा खून वड्डे तो वड्डा विज्ञानिक बना नहीं सकता, पर साडे शरीर में बन रही है, बन रही। कितनी वड्डी उस मालिक की रहमत है, कितनी वड्डी। तो उसका शुकराना भी कर, तू धन्यवाद भी कर, तू मंगता ही रहता है। घणो 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 सद लोड़े, पर जितना कुछ भी मंगिया, साहिब जी कहते ने, बिन तुद होर दी मंगना, शेर दुखां कह दुख। जितना कुछ मंगते रहे, दुख मंगते रहे, दुख मंगते। जे सुख चाहिए है तो नाम मंगो, जे जीवन दे विच आनंद चाहिए है तो नाम मंगो, बंदगी मंगो, सिमरन मंगो प्रभु दा। ते उस बंदगी दे नाल की प्राप्त होंदा है? साहिब जी अगां दी पंक्ति दे विच उपदेश करदे हन जी, महराज रोगात वाहु स्यों लुपड़ियो, ने भागड़ो पाहे संजोयो रे। ते मनुख नूं एक गल होर भी कह रहे हैं, की कहते ने कि परमात्मा दा बख्शिया होया गात, गात कहते ने तन शरीर, ये तन परमात्मा ने बख्शिया। महराज कहते ने परमात्मा नूं, परिपूर्ण परमात्मा, उस प्रभु ने जिहड़ा शरीर बख्शिया है। महराज रोगात वाहू स्यों लुबड़ियो, लुबड़ियो कहते ने मनुख लोभित हो गया, तन का मोह, शरीर का मोह, ते शरीर के मोह दे विच इतना फस गया कि प्रभु नूं भुल गया, भुल गया। मनुख के जीवन विच खाण का मोह है, देखण का मोह है, स्पर्श का मोह है। जगत के विच कितने ही सारे रंग ने, कितने ही सारे रस ने, ते मनुख शरीर की पूर्ति लई पूरी की पूरी खेड खेडदा है, तन के सुख लई, तन के सुख। जे धन भी इकट्ठा किया तन के सुख लई, जे धियां पुत्रां दी दात मंगी तन के सुख लई, जे बहुत सुंदर बंगला बनाया ते तन के सुख लई, पर मैं अर्ज करा मन के सुख लई की कीता कि मन का भी सुख मिल जाए, ਉਹਦੇ ਲਈ ਕੀ ਕੀਤਾ ਹੈ। ਇੱਥੇ मैं जिक्र करांगा गुरु नानक साहिब के दर ते ਜਦੋਂ भाई मनसुख जी आउंदे ने ते बादशाह जी कहते ने, भाई पुरखा जीवन ਦੇ ਵਿੱਚ ਕਦੇ ਮਨ ਦਾ ਸੁਖ ਮਿਲਿਆ ਵੀ ਹੈ ਜਾਂ ਨਾਮ ਹੀ ਰੱਖ ਦਿੱਤਾ ਹੈ मनसुख, क्योंकि मनसुख ਤੋਂ ਮੁਰਾਦ ਜਿਸ ਨੂੰ ਮਨ ਦਾ ਸੁਖ ਮਿਲਿਆ ਹੋਵੇ, ਮਨ ਸੁਖ। भाई मनसुख जी कहते ने, हे प्रभु अजे तक तो मन का सुख मिलिया नहीं है, पर अज जरूर प्राप्त होगा, अज। जगत गुरु बाबा धन गुरु नानक साहिब कहते ने, भाई पुरखा मन का सुख प्राप्त होगा, मेरिया तीन गल्लां चेते रख लैनियां ने, तीन गल्लां। आप जी भी पल्ले बन लवो, वो तीन गल्लां ने। धन गुरु नानक साहिब फरमाउंदे ने, भाई पुरखा जे मन का सुख चाहिए है तो गुरु के भाणे विच रहना है, भाणे विच। जीवन दे विच जे सुख भी आ गए ने तां भी शुकराना, जे दुख भी आ गए ने तां भी शुकराना। जीवन दे विच कोई तकलीफ आ गई है तां भी धन्यवाद, जे शरीर तंदुरुस्त है तां भी धन्यवाद, जे सुख देहे तां तुझे आराधी, दुख भी तुझे दे। गुरु दा भाणा, गुरु दा हुक्म। और जेकर मैं इसनों स्पष्ट करा कि हुक्म किसनों कहते हैं,
ਜਦੋਂ ਕੋਈ ਮਨੁੱਖ ਰੁਖਸਤ ਕਰ ਜਾਂਦਾ ਹੈ ਤਾਂ ਅਸੀਂ ਇਹੀ ਕਹਿੰਦੇ ਹਾਂ ਗੁਰੂ ਦਾ ਹੁਕਮ ਹੈ, ਗੁਰੂ ਦਾ ਭਾਣਾ ਹੈ, ਇਹੀ ਕਹਿੰਦੇ ਹਾਂ। ਇਤਨੀ ਗੱਲ ਕਹਿ ਕੇ ਚੁੱਪ ਹੋ ਜਾਂਦੇ ਹਾਂ, ਪਰ ਇਸ ਗੱਲ ਦੀ ਖਬਰ ਨਹੀਂ ਹੈ ਕਿ ਹੁਕਮ ਕੀ ਹੈ, ਭਾਣਾ ਕੀ ਹੈ, ਕਿਸ ਨੂੰ ਕਹਿੰਦੇ ਨੇ ਭਾਣਾ, ਕਿਸ ਨੂੰ ਕਹਿੰਦੇ ਨੇ ਹੁਕਮ। ਤੇ ਇਸ ਹੁਕਮ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਸਪਸ਼ਟ ਕਰਦੇ ਨੇ। ਆਪ ਜੀ ਕਹਿੰਦੇ ਨੇ, ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਸ ਨੂੰ ਹੁਕਮ ਕਹਿੰਦੇ ਨੇ, ਜੋ ਹੋਇਆ ਪ੍ਰਭੂ ਦੀ ਮਰਜ਼ੀ ਦੇ ਨਾਲ ਹੋਇਆ। ਜੋ ਕੁਝ ਵੀ ਹੋਇਆ ਪ੍ਰਭੂ ਦੀ ਮਰਜ਼ੀ ਦੇ ਨਾਲ, ਤੂੰ ਪ੍ਰਭੂ ਦਾ ਹੁਕਮ ਮੰਨਣਾ। ਤੇ ਮਨਸੁਖ ਕਹਿੰਦਾ ਹੈ, ਮਹਾਰਾਜ ਹੋਰ ਬਚਨ ਕਰੋ। ਸਤਿਗੁਰੂ ਜੀ ਕਹਿੰਦੇ ਨੇ, ਕਈ ਦਫਾ ਕੀ ਹੁੰਦਾ ਹੈ, ਹੁਕਮ ਮੰਨਦਿਆਂ ਮੰਨਦਿਆਂ ਮਨੁੱਖ ਹੰਕਾਰੀ ਬਣ ਜਾਂਦਾ ਹੈ ਕਿ ਮੈਂ ਗੁਰੂ ਦਾ ਹੁਕਮ ਮੰਨਦਾ। ਜਿਵੇਂ ਜਿਵੇਂ ਹੁਕਮ ਮੰਨਦਾ ਹੈ ਮਨੁੱਖ ਹੰਕਾਰੀ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਹੰਕਾਰ ਤੋਂ ਵੀ ਬਚਣਾ ਹੈ, ਬਚਣਾ ਹੈ। ਹੰਕਾਰ ਤੋਂ ਕਿਸ ਤਰ੍ਹਾਂ ਬਚਣਾ ਹੈ? ਤੀਜਾ ਬਚਨ ਗੁਰੂ ਸਾਹਿਬ ਜੀ ਨੇ ਕੀਤਾ, ਸਿਮਰਨ ਦੇ ਨਾਲ ਜੁੜਨਾ ਹੈ, ਸਿਮਰਨ ਦੇ ਨਾਲ। ਹੁਣ ਮਨੁੱਖ ਪੁੱਛ ਰਹੇ ਨੇ, ਸਿਮਰਨ ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ? ਮੈਂ ਅਰਥ ਕਰਾਂਗਾ, ਜਦੋਂ ਮਨੁੱਖ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤਾਂ ਮਨੁੱਖ ਦੇ ਰੋਮ ਰੋਮ ਦੇ ਵਿੱਚ ਪਾਣੀ ਦੀ ਆਵਾਜ਼ ਨਿਕਲਦੀ ਹੈ, ਪਾਣੀ ਪਾਣੀ, ਕਿਉਂਕਿ ਪਾਣੀ ਦੀ ਪਿਆਸ ਲੱਗੀ ਹੈ। ਜਦੋਂ ਮਨੁੱਖ ਨੂੰ ਭੁੱਖ ਲੱਗੀ ਹੋਵੇ ਤਾਂ ਮਨੁੱਖ ਦੇ ਰੋਮ ਰੋਮ ਚੋਂ ਆਵਾਜ਼ ਆਉਂਦੀ ਹੈ, ਭੋਜਨ ਭੋਜਨ ਭੋਜਨ। ਔਰ ਜਦੋਂ ਮਨੁੱਖ ਨੂੰ ਪ੍ਰਭੂ ਦੀ ਪਿਆਸ ਲੱਗੀ ਹੋਵੇ ਤਾਂ ਫਿਰ ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਵਾਹਿਗੁਰੂ 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 ਵਾਹਿਗੁਰੂ। ਜੇ ਪਿਆਸ ਲੱਗੀ ਹੋਵੇ ਤੇ ਪਿਆਸ ਕਿਸ ਤਰ੍ਹਾਂ ਲੱਗੇਗੀ? ਸੰਗਤ ਵਿੱਚ ਬੈਠ ਕੇ ਗੁਰੂ ਦੇ ਬੋਲ ਸੁਣ ਕੇ ਇਹ ਪਿਆਸ ਫਿਰ ਲੱਗੇਗੀ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਮਹਾਰਾਜ ਰੋਗਾਰ ਵਾਹੂ ਸਿਓ ਲਬੜਿਓ ਨਹਿ ਭਾਗੜੋ ਬਾਹ ਸੰਜੋਇਓ ਰੇ। ਹੇ ਨਿਭਾਗਾ ਮਨੁੱਖ, ਤੂੰ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦਾ ਰਿਹਾ। ਆਹ ਕਹਿੰਦੇ ਨੇ ਅੱਗ ਨੂੰ, ਤ੍ਰਿਸ਼ਨਾ ਦੀ ਅੱਗ। ਸੰਜੋਇਓ ਕਹਿੰਦੇ ਨੇ ਉਹਦੇ ਨਾਲ ਪ੍ਰੀਤ ਜੋੜ ਲਈ। ਤ੍ਰਿਸ਼ਨਾ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਜਿਤਨਾ ਵੀ ਕੁਝ ਹੈ ਇਹ ਥੋੜਾ ਹੈ। ਇਸੇ ਤਰ੍ਹਾਂ ਮਨੁੱਖ ਪਰਮਾਤਮਾ ਪਾਸੋਂ ਮੰਗਦਾ ਹੈ। ਤੇ ਸਤਿਗੁਰੂ ਜੀ ਇਸ ਤੋਂ ਬਚਣ ਲਈ ਉਪਦੇਸ਼ ਕਰਦੇ ਨੇ ਅਗਾਂਹ ਦੀ ਪੰਕਤੀ ਦੇ ਵਿੱਚ, ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਹੁਣ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਕ੍ਰੋਧ ਦੀ, ਹੰਕਾਰ ਦੀ, ਮੋਹ ਦੀ, ਤੇ ਇਸ ਮੂਲ ਕਮਜ਼ੋਰੀ ਦੀ ਗੱਲ ਕਰਕੇ ਫਿਰ ਮਨੁੱਖ ਨੂੰ ਉਪਦੇਸ਼ ਕਰਦੇ ਨੇ ਤੇ ਇਹ ਮੂਲ ਕਮਜ਼ੋਰੀ ਕਿਸ ਤਰ੍ਹਾਂ ਖਤਮ ਹੋਵੇ। ਮਨੁੱਖ ਕਹਿੰਦਾ ਹੈ, ਮੈਂ ਖੁਦ ਵੀ ਦੁਖੀ ਹਾਂ ਕ੍ਰੋਧ ਤੋਂ, ਪਰ ਹੋ ਜਾਂਦਾ ਹੈ। ਮੈਂ ਕਿਸ ਤਰ੍ਹਾਂ ਬਚਾਂ? ਮੈਂ ਖੁਦ ਵੀ ਦੁਖੀ ਹਾਂ ਲੋਭ ਤੋਂ, ਪਰ ਹੋ ਜਾਂਦਾ ਹੈ। ਮੈਂ ਕਿਸ ਤਰ੍ਹਾਂ ਬਚਾਂ? ਤਾਂ ਸਾਹਿਬ ਦੇ ਇਹ ਬੋਲ ਨੇ, ਸੁਣ ਮਨ ਸੀਖ ਸਾਧੂ ਜਨ ਸਗਲੋ। ਜਿਤਨੇ ਵੀ ਗੁਰਮੁਖ ਪੁਰਸ਼ ਨੇ, ਸੰਤ ਪੁਰਸ਼ ਨੇ, ਸਾਧ ਪੁਰਸ਼ ਨੇ, ਜਿਨ੍ਹਾਂ ਤੇ ਪ੍ਰਭੂ ਦਾ ਇਨਾਮ ਹੋਇਆ, ਫਜ਼ਲ ਹੋਇਆ, ਤਾਂ ਉਹਨਾਂ ਦੇ ਬੋਲ ਸੁਣ ਸੁਣ। ਔਰ ਜੇਕਰ ਮੈਂ ਗਹਿਰੇ ਤਲ ਤੇ ਜੇਕਰ ਮੈਂ ਅਰਜ਼ ਕਰਾਂ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਖਿਤਾਬ ਬਖਸ਼ਿਆ ਹੈ ਸਿੱਖ ਦਾ। ਉਹ ਸਾਰੀ ਜ਼ਿੰਦਗੀ ਸਿੱਖਦਾ ਹੈ, ਸਾਰੀ ਜ਼ਿੰਦਗੀ, ਸਾਰੀ। ਇੱਥੇ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਾਂਗਾ। ਜਦੋਂ ਕਿਸੇ ਨੂੰ ਕਿਹਾ ਜਾਂਦਾ ਹੈ ਇਹ ਬੁੱਧ ਹੈ, ਤੇ ਬੁੱਧ ਤੋਂ ਮੁਰਾਦ ਹੈ ਕਿ ਬੁੱਧ ਤੋਂ ਪਹੁੰਚ ਗਿਆ ਹੈ, ਉਸ ਅਵਸਥਾ ਤੇ ਪਹੁੰਚ ਗਿਆ। ਜਦੋਂ ਕਿਸ ਨੂੰ ਕਹਿੰਦੇ ਨੇ ਇਹ ਜੈਨ ਹੈ, ਜੈਨ ਤੋਂ ਮੁਰਾਦ ਇਸ ਨੇ ਆਪਣੇ ਆਪ ਨੂੰ ਜਿੱਤ ਲਿਆ ਹੈ, ਜਿੱਤ ਲਿਆ। ਜਦੋਂ ਅਸੀਂ ਗੱਲ ਕਰੀਏ ਕਿ ਇਹ ਮੁਸਲਮਾਨ ਹੈ, ਭਾਓ ਇਹ ਅੱਲਾਹ ਦੇ ਨਾਲ ਪ੍ਰੀਤ ਜੋੜ ਕੇ ਬੈਠਾ ਹੋਇਆ ਹੈ। ਪਰ ਜਦੋਂ ਰਹਿਬਰ ਪੁਰਸ਼ਾਂ ਦੀ ਸ਼੍ਰੰਖਲਾ ਦੇ ਵਿੱਚ ਜਗਤਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਆਉਂਦੇ ਨੇ ਤੇ ਆਪ ਜੀ ਕਹਿੰਦੇ ਨੇ ਕਿ ਮੈਂ ਆਪਣੀ ਉਮਤ ਨੂੰ, ਮੈਂ ਆਪਣੀ ਸੰਗਤ ਨੂੰ ਸਿੱਖ ਬਣਾਉਣਾ ਹੈ। ਸਿੱਖ, ਸਿੱਖ ਤੋਂ ਮੁਰਾਦ ਸਾਰੀ ਜ਼ਿੰਦਗੀ ਸਿੱਖਦਾ ਰਹੇ, ਸਾਰੀ ਜ਼ਿੰਦਗੀ ਸਿੱਖਦਾ ਰਹੇ, ਸਾਰੀ ਜ਼ਿੰਦਗੀ। ਪਸ਼ੂ ਤੋਂ ਵੀ ਸਿੱਖਣਾ ਹੈ, ਪੰਛੀ ਤੋਂ ਵੀ ਸਿੱਖਣਾ ਹੈ, ਦਰਖਤ ਤੋਂ ਵੀ ਸਿੱਖਣਾ ਹੈ,
हवा तो भी सीखना है, धरती तो भी सीखना है, और सूरज तो भी सीखना है, आकाश तो भी सीखना है। सिक्ख्या दे रहे हैं, पर मनुख दे कोल काबलियत होवे सिक्ख्या लैण दी, नहीं तो जर्रा जर्रा मनुख नूं सिक्ख्या दे रहा है, मनुख नूं सिक्ख्या दे। जेकर मैं अर्ज करा कि दरखत सानू की सिक्ख्या दे रहा है, आप तो धुप विच खड़ा है, सानू ठंडी छां दे रहा है। आप धुप विच खड़ा है, आप सर्दी ते गर्मी ते बरसात बर्दाश्त करता है, पर सानू फल दे रहा है, फल दे रहा है। तो दरखत भी सानू सिखा रहा है, हे प्राणी तू गुरमुखां दे बोल, गुरु साहिब दे इलाही बोल तो सुन सिख। ते सिखण तो बाद साहिब जी कहते हैं थारे सगले प्राचत मिटे हो रहे, तेरे दुख तेरे पाप खत्म हो जाएंगे। प्राचत तो मुराद तेरे पाप मिट जाएंगे, गुनाह मिट जाएंगे। तो प्रभु नूं गाउंदियां गाउंदियां एक बहुत अनमोल दात जिहड़ी प्राप्त होवेगी, उस अनमोल दात के बारे गुरु साहिब जी इस शब्द के अखीरले बोलों के विच बख्शीशां करदे हन जी। जाको लहनो महराजरी गाठड़ियो, जन नानक गरबास ना पाउड़ियो रे। कई दफा की होंदा है कि मनुख भोजन तो छकदा है, पर वो भोजन खून नहीं बनता। मनुख मायूस हो जाता है कि मैं हुण की करा, भोजन खून नहीं बन पा रहा, मैं की करा। ते उसी तरह कई दफा मनुख भजन करता है, पर कीता होया भजन प्रेम का रूप धारण नहीं करता। भजन का कीता है, कितने ही सालों तो भजन करते हैं, पर प्रेम पैदा नहीं होया। ऐसे मनुख नूं भी कहते ने लोड़ है दवाई की। बहुत थोड़े मनुख ने, बहुत थोड़े कि जिन्हां दा भोजन कीता होया कहते ने खून नहीं बनता। बहुत थोड़े बंदे ने, और गुस्ताखी माफ मैं ये भी अर्थ कर दवा, बहुत थोड़े बंदे ऐसे ने जिन्हां दा कीता होया भजन रस बनता है। बहुत थोड़े ने, बहुत थोड़े। तो सतगुरु जी कहते हैं तू सिमरन कर, जाको लहणों महाराजरी गाठड़ियो। गाठड़ियो कहते हैं परमात्मा का खजाना। जेकर तू सिमरन कीता, संगत कीती, तो परमात्मा के खजाने के विचों तेनों हिस्सा मिल जाएगा, तेनों अंश मिल जाएगा, तेनों बहुत भाग मिल जाएगा। तू परमात्मा के खजाने का भागीदार बन जाएगा। फिर की होगा? साहिब जी कहते हैं नानक गरबास न पौड़ी हो रे। ऐसा मनुख फिर जन्म और मरण तो रहत हो जाता है, रहत हो जाता है। क्योंकि बहुत वड्डी, जेकर मैं इस तरह अर्थ करा कि जीवन के विच दुख की कड़ी है बहुत वड्डी। जन्म लेना, फिर बच्चे के रूप में आना, फिर जवान होना, फिर बुजुर्ग होना, फिर मर जाना, फिर जन्म लेना आके, फिर जवान होना, फिर बच्चे होए, फिर बुजुर्ग होए, फिर मर गए, फिर आके जन्म ले लिया। कहते हैं जन्म ते मरण का चक्कर कदों तक चलता रहेगा? तो गुरु की हजूरी विच आ। गुरु साहिब जी रहमतां करन आप जी का बहुत धन्यवाद। आप जी ने एक मन एक चित्त होके गुरु के बोल श्रवण कीते ने, बहुत बहुत धन्यवाद। सिंह साहिब ज्ञानी जगतार सिंह जी का, समूह मैंबर साहिबान का, भाई साहब सिंह साहिब जी जिन्होंने आप जी को गुरबाणी के बोल सुनाए ने, सारियां का बहुत बहुत धन्यवाद। अखीरले बोल पढ़ के समाप्ति बुलाइए जी। सुन मन सीख साधु जन सगलो, थारे सगले प्राशत मिट्यो रे। जाको लहणो महराजरी गाठड़ियो, जन नानक दरबास ना पाउड़ियो रे। वाहिगुरु जी का खालसा, वाहिगुरु जी की फतेह।